ਸਤਿ ਸ਼੍ਰੀ ਅਕਾਲ ਮੇਰੇ ਜਾਣੀ ਰੂਪ ਕੌਰ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਡੇ ਸਾਹਮਣੇ ਜਸਵੰਤ ਸਿੰਘ ਕੰਵਲ ਹੋਰਾਂ ਦੀ ਰਚਨਾ ਸੱਚ ਨੂੰ ਫਾਂਸੀ ਦਾ ਭਾਗ 10ਵਾਂ ਲੈ ਕੇ ਹਾਜ਼ਰ ਹੋਈ ਹਾਂ। ਆਓ ਸ਼ੁਰੂ ਕਰੀਏ। ਭਾਗ 10ਵਾਂ। ਕੰਵਰ ਤੇ ਰਸਾਲਦਾਰ ਦੀ ਕਤਲ ਦਾ ਇਲਜ਼ਾਮ ਤੇ ਕਚਹਿਰੀਆਂ ਵਿੱਚ ਪੇਸ਼ ਹੋਣਾ। ਅੱਧੀ ਰਾਤ ਹੋਣ ਨੂੰ ਹੀ ਸੀ ਜਦੋਂ ਕਿ ਸਰਵਣ ਹੋਰੀ ਪੁਲਿਸ ਨੂੰ ਲੈ ਆਏ ਅਤੇ ਆਪਣੇ ਪਿਤਾ ਦੀ ਲੋਥ ਮੌਕੇ 'ਤੇ ਵਿਖਾਈ। ਰਿਪੋਰਟ ਵਿੱਚ ਸਰਵਣ ਪਹਿਲਾਂ ਹੀ ਕੰਵਰ ਤੇ ਘੇਰੂ ਨੂੰ ਲਿਖਵਾ ਆਇਆ ਸੀ। ਸਰਵਣ ਨੂੰ ਆਪਣਾ ਪਾਲਾ ਅੰਦਰੋਂ ਮਾਰ ਰਿਹਾ ਸੀ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੰਵਰ ਦੇ ਬਾਬਤ ਪਿੰਡ ਵਿੱਚੋਂ ਕਿਸੇ ਵੀ ਨਹੀਂ ਕਹਿਣਾ ਕਿ ਉਹ ਖੂਨੀ ਹੈ। ਦੋਸ਼ਾਂ ਦਾ ਇਹ ਹਾਲ ਹੈ ਕਿ ਜਿੱਥੇ ਸੱਚ ਅਸਲੋਂ ਹੀ ਨਿਰਮੂਲ ਹੋਵੇ, ਆਦਮੀ ਤੋਂ ਝੂਠ ਅਤੇ ਧੋਖੇ ਨਾਲ ਕੰਮ ਨਾ ਨਿਕਲ ਸਕੇ, ਉੱਥੇ ਰੁਪਇਆ ਵਾਹ ਕੇ ਰਾਹ ਸਾਫ਼ ਕਰ ਲੈਂਦਾ ਹੈ। ਸਰਵਣ ਨੇ ਵੀ ਪਹਿਲੋਂ ਥਾਣੇਦਾਰ ਨੂੰ 1500 ਰੁਪਇਆ ਨਗਦ ਦੇ ਦਿੱਤਾ ਸੀ। ਥਾਣੇਦਾਰ ਦੀ ਖਾਲੀ ਜੇਬ ਵਿੱਚ ਹੁਣ ਕਾਫੀ ਰੌਣਕ ਸੀ। ਉਹ ਸਰਵਣ ਨੂੰ ਬੁਲਾਉਣ ਦੀ ਬੜੇ ਨਰਮ ਸ਼ਬਦਾਂ ਨਾਲ ਲੱਗ ਗਿਆ ਸੀ। ਪਹਿਲੋਂ ਤੜਕੇ ਘੇਰੂ ਦੇ ਘਰ ਦੀ ਤਲਾਸ਼ੀ ਹੋਈ, ਇੱਕ ਸੇਲਾ ਤੇ ਕਿਰਪਾਨ ਕੱਢੀ ਅਤੇ ਘੇਰੂ ਨੂੰ ਹਿਰਾਸਤ ਵਿੱਚ ਲੈ ਗਿਆ। ਫਿਰ ਕੰਵਰ ਦੀ ਵਾਰੀ ਆਈ। ਕੰਵਰ ਘਰ ਹੈ ਨਹੀਂ ਸੀ। ਕੰਵਰ ਦੀ ਮਾਂ ਸਭ ਕੁਝ ਪਾਗਲਾਂ ਵਾਂਗ ਵੇਖੀ ਜਾ ਰਹੀ ਸੀ। ਉਸ ਲਈ ਕੰਵਰ ਬਾਬਤ ਕਹੀ ਜਾ ਰਹੀ ਹਰ ਗੱਲ ਅਜੀਬ ਤੇ ਅਸਹਾਰ ਸੀ। ਉਹ ਬਿਲਕੁਲ ਸੱਚ ਦੱਸ ਦਿੱਤਾ ਕਿ ਕੰਵਰ ਨਵੇਂ ਪਿੰਡ ਨੂੰ ਗਿਆ ਹੋਇਆ ਹੈ। ਥਾਣੇਦਾਰ ਬੜੇ ਰੋਹਬ ਵਿੱਚ ਬਿਸ਼ਨ ਕੌਰ ਨੂੰ ਬੋਲਿਆ, "ਵਿੜੀਏ, ਪੁੱਤ ਤੋਂ ਖੂਨ ਕਰਵਾ ਕੇ ਫਿਰ ਨਵੇਂ ਪਿੰਡ ਨੂੰ ਤੋਰ ਦਿੱਤਾ। ਤੁਸੀਂ ਮੇਰੇ ਕੰਵਰ ਬਾਬਤ ਕੁਝ ਨਹੀਂ ਕਹਿ ਸਕਦੀ, ਸਗੋਂ ਮੈਨੂੰ ਤੇ ਦਲੀਪ ਨੂੰ ਤਾਂ ਕੰਵਰ ਦੇ ਮਾਰੇ ਜਾਣ ਦਾ ਭੁਲੇਖਾ ਪਿਆ ਸੀ, ਪਰ ਉੱਥੇ ਮਰੇ ਜਾ ਕੇ ਸਰਦਾਰ ਹੋਰੀ ਡਿੱਠੇ। ਬੁੱਢੀ ਪਾਗਲਾਂ ਵਾਂਗ ਕੀ ਬਕੀ ਜਾ ਰਹੀ ਹੈ?" ਥਾਣੇਦਾਰ ਨੇ ਨਾਲ ਦੇ ਨੰਬਰਦਾਰਾਂ ਵੱਲ ਮੂੰਹ ਕਰਕੇ ਕਿਹਾ। ਸਾਡੇ ਦੇਸ਼ ਦੇ ਥਾਣੇਦਾਰ ਪੁੱਠਾ ਤੇ ਅੜਪ ਬੋਲਣ ਵਿੱਚ ਆਪਣੀ ਕੁਝ ਸ਼ਾਨ ਸਮਝਦੇ ਹਨ। ਇੱਕ ਨੰਬਰਦਾਰ ਨੇ ਬੜੇ ਠਰਮੇ ਨਾਲ ਕਿਹਾ, "ਜਨਾਬ, ਕੰਵਰ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦਾ। ਮੈਂ ਤੇਰੇ ਵਰਗੇ ਭਲੇ ਮਾਨਸਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਵੇਖ ਤਾਂ ਸਹੀ ਦਿਨ ਚੜ੍ਹਨ 'ਤੇ ਕੀ ਬਣਦਾ ਹੈ।" ਥਾਣੇਦਾਰ ਨੇ ਆਪਣੀ ਬੈਂਤ ਬੂਟ ਦੀ ਟੋਹ 'ਤੇ ਮਾਰਦਿਆਂ ਕਿਹਾ। ਛੋਟੇ ਥਾਣੇਦਾਰ ਨਾਲ 5 ਸਿਪਾਹੀ ਨਵੇਂ ਪਿੰਡ ਨੂੰ ਤੋਰ ਦਿੱਤੇ। ਉਹਨਾਂ ਦੇ ਦੱਸੇ ਹੋਏ ਮਕਾਨ 'ਤੇ ਕੰਵਰ ਨੂੰ ਜਾ ਫੜਿਆ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਰਸਾਲਦਾਰ ਦੀ ਮੌਤ ਸੁਣੀ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਪੁੱਤਰ ਆਪਣੇ ਪਿਤਾ ਦਾ ਕਤਲ ਹੋਵੇ? ਮੈਨੂੰ ਕੌਣ ਲਿਖਵਾਉਂਦਾ ਹੈ ਕਿ ਮੈਂ ਸਰਦਾਰ ਨੂੰ ਗੋਲੀ ਮਾਰਦਾ ਹਾਂ? ਕੰਵਰ ਨੇ ਹੈਰਾਨੀ ਨਾਲ ਪੁੱਛਿਆ। ਜਿਮਨੀ ਵਿੱਚ ਆਪ ਨੂੰ ਬਰਾਬਰ ਦਾ ਕਾਤਲ ਵਾਰਸਾਂ ਵੱਲੋਂ ਲਿਖਾਇਆ ਗਿਆ ਹੈ। ਇਸ ਤੋਂ ਅੱਗੇ ਕੁਝ ਨਾ ਪੁੱਛੋ ਅਤੇ ਹੱਥ ਅੱਗੇ ਕਰੋ, ਥਾਣੇਦਾਰ ਨੇ ਉੱਤਰ ਦਿੱਤਾ। ਕੰਵਰ ਨੇ ਹੱਥ ਅਗਾਂਹ ਵਧਾ ਦਿੱਤੇ। ਸਿਪਾਹੀ ਨੇ ਕੰਵਰ ਨੂੰ ਹੱਥ ਕੜੀ ਠੋਕ ਦਿੱਤੀ ਅਤੇ ਦਿਨ ਚੜ੍ਹਨ ਤੋਂ ਅੱਗੋਂ ਹੀ ਉਸ ਨੂੰ ਪਿੰਡ ਲੈ ਆਂਦਾ। ਸਰਦਾਰ ਦੀ ਲੋਥ ਡਾਕਟਰੀ ਲਈ ਸ਼ਹਿਰ ਨੂੰ ਤੋਰ ਦਿੱਤੀ। ਸਾਰੇ ਪਿੰਡ 'ਤੇ ਉਦਾਸ ਪਤਝੜ ਛਾ ਗਈ। ਦਿਨ ਚੜ੍ਹਨ 'ਤੇ ਸਾਰੇ ਪਿੰਡ ਨੂੰ ਇੱਕ ਧਰਮਸ਼ਾਲਾ ਵਿੱਚ ਬੁਲਾਇਆ ਗਿਆ। ਸਾਰੇ ਕੰਵਰ ਦੇ ਹੱਥ ਕੜੀ ਵੇਖ ਕੇ ਮੂੰਹ ਵਿੱਚ ਉਂਗਲਾਂ ਪਾ ਰਹੇ ਸਨ। ਜਦ ਸਾਰੇ ਆ ਗਏ ਤਾਂ ਥਾਣੇਦਾਰ ਨੇ ਪਹਿਲੋਂ 150 ਨੰਗੀਆਂ ਗਾਲਾਂ ਕੱਢ ਕੇ ਆਪਣਾ ਰੋਹਬ ਪਾਇਆ। ਕੰਵਰ ਤੋਂ ਸਾਰੇ ਪਿੰਡ ਦੇ ਭਲੇ ਮਾਨਸਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸੁਣ ਕੇ ਸਹਾਰਿਆ ਨਾ ਗਿਆ ਅਤੇ ਵਿੱਚੋਂ ਹੀ ਬੋਲ ਪਿਆ, "ਪਹਿਲੋਂ ਇਹ ਗੱਲ ਦੱਸੋ, ਤੁਹਾਨੂੰ ਗਾਲਾਂ ਕੱਢਣ ਦਾ ਕੀ ਅਧਿਕਾਰ ਹੈ? ਸ਼ਾਇਦ ਤੁਹਾਨੂੰ ਗੌਰਮੈਂਟ ਨੇ ਸ਼ਰੀਫ ਆਦਮੀਆਂ ਨੂੰ ਗਾਲਾਂ ਕੱਢਣ ਲਈ ਹੀ ਲਾਇਆ ਹੈ। ਉਹ ਆਦਮੀ ਆਪ ਸ਼ਰੀਫ ਨਹੀਂ ਜਿਹੜਾ ਆਪਣੇ ਪਿਤਾ ਦੀ ਉਮਰ ਵਰਗਿਆਂ ਨੂੰ ਗਾਲਾਂ ਦੇਣੋਂ ਸ਼ਰਮ ਨਹੀਂ ਖਾਂਦਾ।" ਥਾਣੇਦਾਰ ਕੁਝ ਠੰਡਾ ਹੋ ਗਿਆ। ਉਸ ਨੂੰ ਆਸ ਨਹੀਂ ਸੀ ਕਿ ਕੋਈ ਉਸ ਦੀ ਸਾਹਮਣੇ ਬੋਲੇਗਾ। "ਤੂੰ ਵੀ ਆਪਣੇ ਆਪ ਨੂੰ ਸ਼ਰੀਫ ਕਹਿੰਦਾ ਹੋਵੇਂਗਾ। ਵੇਖਦਾ ਹਾਂ ਤੇਰੀ ਹੁਣ ਸ਼ਰਾਫਤ। ਇੱਕ ਵਾਰ ਛੱਡ 100 ਵਾਰ ਵੇਖੋ, ਸੱਚ ਨੂੰ ਧੋਖਾ ਨਹੀਂ। ਵਾਹ ਤੇਰੀ ਸੱਚਾਈ, ਕਤਲ ਕਰਕੇ ਪਿੰਡੋਂ ਟਿੱਬ ਜਾਣਾ। ਤੁਸੀਂ ਮੇਰੀ ਤੇ ਰਸਾਲਦਾਰ ਦੀ ਦੋਸਤੀ, ਰਿਸ਼ਤੇਦਾਰੀ ਤੇ ਪਿਆਰ ਬਾਬਤ ਸਾਰੇ ਪਿੰਡ ਤੋਂ ਪੁੱਛ ਸਕਦੇ ਹੋ।" ਕੰਵਰ ਅਡੋਲ ਕਹਿ ਰਿਹਾ ਸੀ, "ਮੈਨੂੰ ਇਸ ਲੁੱਚੇ ਪਿੰਡ 'ਤੇ ਉੱਕਾ ਵਿਸ਼ਵਾਸ ਨਹੀਂ। ਥਾਣੇਦਾਰ ਸਾਹਿਬ, ਮੈਨੂੰ ਦੋਸ਼ੀ ਦੀ ਹੈਸੀਅਤ ਵਿੱਚ ਜੋ ਚਾਹੇ ਕਹੋ,
ਪਰ ਮੇਰੇ ਪਿੰਡ ਦੀ ਸ਼ਾਨ ਵਿੱਚ ਤੁਹਾਨੂੰ ਇੱਕ ਵੀ ਇਖਲਾਕਹੀਣ ਸ਼ਬਦ ਕਹਿਣ ਦਾ ਹੱਕ ਨਹੀਂ। ਤੁਸੀਂ ਕਿਸੇ ਨੂੰ ਲੁੱਚਾ ਤੇ ਬਦਮਾਸ਼ ਨਹੀਂ ਕਹਿ ਸਕਦੇ, ਜਦੋਂ ਕਿ ਤੁਸੀਂ ਕਿਸੇ ਦੇ ਬਾਬਤ ਕੁਝ ਜਾਣਦੇ ਹੀ ਨਹੀਂ। ਜੇ ਇਹ ਸਭ ਭਲੇ ਮਾਨਸ ਤੁਹਾਡੇ ਅੱਗੇ ਬੇਜ਼ਬਾਨ ਹਨ ਤਾਂ ਇਸਦਾ ਇਹ ਮਤਲਬ ਨਹੀਂ ਤੁਸੀਂ ਜੋ ਜੀ ਆਵੇ ਕਹੀ ਜਾਵੋ। ਤੂੰ ਖਾਮੋਸ਼ ਹੈ, ਹੋ ਜਾ। ਜਦੋਂ ਤੇਥੋਂ ਕੁਝ ਪੁੱਛਿਆ ਜਾਵੇਗਾ ਉਦੋਂ ਬੋਲੀ। ਤੁਸੀਂ ਵੀ ਤੇ ਕੋਈ ਮਤਲਬ ਦੀ ਗੱਲ ਨਹੀਂ ਪੁੱਛਦੇ, ਐਵੇਂ ਵਾਹਿਯਾਤ ਗਾਲਾਂ ਦਈ ਜਾ ਰਹੇ ਹੋ। ਤੇਰਾ ਦਿਮਾਗ ਨਵਾਬ ਸਾਹਿਬ ਦਾ ਲੱਗਾ ਹੈ, ਤੂੰ ਐਵੇਂ ਭੌਂਕੀ ਜਾ ਰਿਹਾ ਏਂ। ਮੈਨੂੰ ਤੁਹਾਡੀ ਅਫਸਰੀ ਸ਼ਾਨ ਨਹੀਂ ਡਰਾ ਸਕਦੀ। ਲੋਕਾਂ ਦੇ ਸੇਵਕ ਦੀ ਹੈਸੀਅਤ ਵਿੱਚ ਮੈਂ ਤੇਰੀ ਇੱਜ਼ਤ ਕਰ ਸਕਦਾ ਹਾਂ, ਪਰ ਜੇ ਤੂੰ ਰੋਹਬ ਪਾ ਕੇ ਇਹਨਾਂ ਭੋਲੇ ਪੇਂਡੂਆਂ ਵਾਂਗ ਮੈਨੂੰ ਵੀ ਦਬਾਉਣਾ ਚਾਹੇਂ ਤਾਂ ਤੇਰੀ ਇਹ ਵੱਡੀ ਭੁੱਲ ਹੈ। ਬੋਲੀ ਬੋਲਣ ਦੇ ਸਲੀਕੇ ਵਿੱਚ ਤੈਨੂੰ ਇੱਕ ਬੱਚੇ ਦੀ ਸ਼ਾਗਿਰਦੀ ਕਰਨੀ ਚਾਹੀਦੀ ਹੈ। ਕੰਵਰ ਬੇਪਰਵਾਹ ਆਖ ਰਿਹਾ ਸੀ। ਬਸ ਬੰਦ ਕਰ ਆਪਣਾ ਲੈਕਚਰ। ਨੰਬਰਦਾਰਾਂ ਨੂੰ ਆਖਣ ਲੱਗਾ, ਤੁਸੀਂ ਦੱਸੋ ਓਏ, ਕੰਵਰ ਕਿਸ ਤਰ੍ਹਾਂ ਦਾ ਬਦਮਾਸ਼ ਏ? ਇੱਕ ਨੰਬਰਦਾਰ ਨੇ ਕੰਵਰ ਦੇ ਹੱਕ ਵਿੱਚ ਹੌਸਲਾ ਕਰਦਿਆਂ ਕਿਹਾ, ਸਰਕਾਰ ਦਾ ਖਿਆਲ ਗਲਤ ਹੈ। ਕੰਵਰ ਹੱਦੋਂ ਵੱਧ ਸ਼ਰੀਫ ਹੈ। ਕੰਵਰ ਨੇ ਪਿੰਡ ਵਿੱਚ ਹੋਣੇ ਕਈ ਕੰਮ ਰੋਕੇ। ਇਹ ਕਾਤਲ ਸੁਪਨੇ ਵਿੱਚ ਵੀ ਨਹੀਂ ਹੋ ਸਕਦਾ। ਮੈਨੂੰ ਅੱਗੇ ਹੀ ਪਤਾ ਸੀ ਕਿ ਕੰਵਰ ਤੁਹਾਨੂੰ ਸਾਰਿਆਂ ਨੂੰ ਬੰਨ੍ਹੀ ਬੈਠਾ ਹੈ ਅਤੇ ਘੇਰੂ ਬਾਬਤ। ਉਸ ਦਾ ਬਾਬਤ ਜੀ ਅਸੀਂ ਕੋਈ ਪੱਕੀ ਗੱਲ ਨਹੀਂ ਕਹਿ ਸਕਦੇ। ਸਾਰਿਆਂ ਨੇ ਉੱਤਰ ਦਿੱਤਾ। ਉਸ ਚਾਚੇ ਵਾਰੀ ਸ਼ਰੀਫ ਕਹਿੰਦਿਆਂ ਜੀਭ ਵੱਢਦੀ ਹੈ। ਤੁਸੀਂ ਫਿਰ ਇਖਲਾਕ ਹੋ ਗਿਰੇ ਹੋਏ ਸ਼ਬਦ ਆਖਣੋਂ ਨਹੀਂ ਹਟਦੇ। ਕੰਵਰ ਨੇ ਕਿਹਾ, ਬਸ ਤੇਰਾ ਨਬਦਾ ਬਣਨ ਦਾ ਬੰਦੋਬਸਤ ਕਰੀ ਜਾ ਰਿਹਾ ਹਾਂ। ਤੂੰ ਹੋਰ ਬਕ। ਥਾਣੇਦਾਰ ਨੇ ਸਿਰ ਹਿਲਾਉਂਦਿਆਂ ਕਿਹਾ। ਲੋਕਾਂ ਵੀ ਕੰਵਰ ਨੂੰ ਵਰਜ ਦਿੱਤਾ। ਫਿਰ ਥਾਣੇਦਾਰ ਨੇ ਗਿੰਦਰ ਤੋਂ ਪੁੱਛਿਆ, ਕੰਵਰ ਬਾਬਤ ਤੂੰ ਆਪਣਾ ਖਿਆਲ ਦੱਸ। ਗਿੰਦਰ ਬੜਾ ਉਦਾਸ ਸੀ। ਉਸ ਸੋਚ ਕੇ ਹੌਲੀ ਜਿਹੀ ਉੱਤਰ ਦਿੱਤਾ, ਮੈਂ ਨਹੀਂ ਕਹਿ ਸਕਦਾ ਕਿ ਕੰਵਰ ਕਾਤਲ ਹੋਵੇਗਾ। ਕੰਵਰ ਮਨੁੱਖ ਨਹੀਂ, ਦੇਵਤਾ ਹੈ। ਜੇ ਪਿਤਾ ਜੀ ਹੋਰਾਂ ਨੂੰ ਇਸ 'ਤੇ ਥੋੜ੍ਹਾ ਜਿੰਨਾ ਵੀ ਸ਼ੱਕ ਹੁੰਦਾ ਤਾਂ ਉਹ ਕਦੇ ਵੀ ਮੇਰੀ ਭੈਣ ਦਾ ਰਿਸ਼ਤਾ ਇਸ ਨੂੰ ਨਾ ਦਿੰਦੇ। ਕੰਵਰ ਤੇ ਥਾਣੇਦਾਰ ਸਾਹਿਬ ਭੁੱਲ ਕੇ ਵੀ ਸ਼ੱਕ ਨਾ ਕਰੋ ਕਿ ਇਹ ਕਾਤਲ ਹੋਵੇਗਾ। ਸਾਰੇ ਇਹ ਸੁਣ ਕੇ ਚੁੱਪ ਹੋ ਗਏ ਅਤੇ ਸਭ ਦੇ ਚਿਹਰਿਆਂ 'ਤੇ ਖੁਸ਼ੀ ਆ ਗਈ। ਪਰ ਸਰਵਣ ਬੁੜ ਤੇ ਅਮਲੀ ਨੂੰ ਹੌਲੀ-ਹੌਲੀ ਕੁਝ ਸਿਖਾਈ ਜਾ ਰਿਹਾ ਸੀ। ਫਿਰ ਥਾਣੇਦਾਰ ਨੇ ਸਰਵਣ ਤੋਂ ਪੁੱਛਿਆ, ਕਿਉਂ ਸਰਵਣਾ, ਇਹ ਸਾਰੇ ਤਾਂ ਕੰਵਰ ਨੂੰ ਨਿਰਦੋਸ਼ ਕਹਿੰਦੇ ਹਨ। ਫਿਰ ਬਾਪੂ ਨੂੰ ਕਿਸ ਅਸਮਾਨੀ ਆਫ਼ਤ ਨੇ ਤਾਂ ਮਾਰ ਨਹੀਂ ਸੱਟਿਆ? ਆਖਰ ਕਿਸੇ ਮਾਰਿਆ ਜ਼ਰੂਰ ਹੈ। ਇਹ ਕੰਮ ਘੇਰੂ ਤੇ ਕੰਵਰ ਬਿਨਾਂ ਕੋਈ ਕਰ ਨਹੀਂ ਸਕਦਾ। ਸਰਵਣ ਨੇ ਘੇਰੂ ਤੇ ਕੰਵਰ ਵੱਲ ਵੇਂਦਿਆਂ ਕਿਹਾ, ਕੋਈ ਸਬੂਤ ਵੀ ਦੇ। ਗਵਾ ਲਿਆ। ਥਾਣੇਦਾਰ ਨੇ ਮੇਜ਼ 'ਤੇ ਹੱਥ ਮਾਰਦਿਆਂ ਕਿਹਾ, ਤੁਸੀਂ ਜੀ ਬੁੜ ਤੇ ਅਮਲੀ ਨੂੰ ਪੁੱਛ ਸਕਦੇ ਹੋ। ਥਾਣੇਦਾਰ ਤੇ ਅਮਲੀ ਤੋਂ ਪੁੱਛਿਆ, ਕਿਉਂ ਓਏ ਅਮਲੀਆ, ਤੂੰ ਕੰਵਰ ਤੇ ਘੇਰੂ ਨੂੰ ਸਰਦਾਰ ਨੂੰ ਮਾਰਦਿਆਂ ਵੇਖਿਆ ਹੈ? ਜੀ, ਮੈਂ ਕੱਲਾ ਟੱਟੀ ਜਾਂਦਾ ਸੀ। ਹਨੇਰਾ ਬਹੁਤ ਹੋਇਆ ਸੀ। ਉੱਧਰੋਂ ਰਸਾਲਦਾਰ ਆਉਂਦਾ ਸੀ। ਮੈਂ ਉਸ ਨੂੰ ਜੀ ਫਤਿਹ ਬੁਲਾਈ। ਮੈਂ ਅਜੇ ਜੀ ਇੱਕ ਥੋੜ੍ਹੀ ਵਿੱਥ 'ਤੇ ਹੀ ਗਿਆ ਹੋਵਾਂਗਾ ਕਿ ਗੋਲੀ ਚੱਲ ਗਈ। ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਕੰਵਰ ਤੇ ਘੇਰੂ ਦੋਵੇਂ ਬਾਹਰ ਨੂੰ ਭੱਜੇ ਜਾ ਰਹੇ ਸਨ। ਅਮਲੀ ਇੰਨੀ ਗੱਲ ਆਖ ਕੇ ਪੈ ਗਿਆ। ਸਾਰਿਆਂ ਬੈਠਿਆਂ ਦੇ ਮੂੰਹਾਂ 'ਤੇ ਪਿਲਤਣਾ ਫਿਰ ਗਈਆਂ ਤੇ ਥਾਣੇਦਾਰ ਨੂੰ ਰੋਹਬ ਵਿਖਾਉਣ ਦਾ ਮੌਕਾ ਮਿਲ ਗਿਆ। ਕਿਉਂ, ਵੇਖੀ ਕੰਵਰ ਦੀ ਸ਼ਰਾਫਤ? ਫਿਰ ਬੁੜ ਨੂੰ ਪੁੱਛਦਿਆਂ ਕਿਹਾ, ਤੂੰ ਦੱਸ ਓਏ ਬੁੜ, ਕੀ ਡਿੱਠਾ? ਮੈਂ ਜੀ ਥੋੜ੍ਹੇ ਦਿਨ ਹੋਏ ਗਾਂ ਲਈ ਹੈ। ਉਸ ਨੂੰ ਪਿੰਡ ਲੈ ਕੇ ਆ ਰਿਹਾ ਸਾਂ ਕਿ ਪਿੰਡ ਦੇ ਮੋੜ ਤੋਂ ਗੋਲੀ ਚੱਲਦੀ ਸੁਣੀ। ਮਿੰਟ ਕੁ ਮਗਰੋਂ ਘੇਰੂ ਤੇ ਕੰਵਰ ਰਫਲ ਕੱਛ ਵਿੱਚ ਦਿੱਤੀ ਭੱਜੇ ਜਾਂਦੇ ਵੇਖੇ ਤੇ ਸਰਦਾਰ ਦੀ ਲੋਥ ਤੜਫ ਰਹੀ ਸੀ। ਥਾਣੇਦਾਰ ਨੇ ਮੁੜ ਸਾਰਿਆਂ ਨੂੰ ਕਿਹਾ, ਹੁਣ ਸਾਨੂੰ ਟੋਹ ਮਿਲ ਗਈ ਹੈ, ਅਸੀਂ ਸਭ ਕੁਝ ਪਤਾ ਕਰ ਲਵਾਂਗਾ। ਇੱਕ ਸਰਕਾਰੀ ਆਦਮੀ ਦਾ ਕਤਲ ਹੋਣਾ ਕੋਈ ਮਖੌਲ ਨਹੀਂ। ਅਸੀਂ ਬਿਲਕੁਲ ਸੱਚ ਨਿਤਾਰ ਕੇ ਛੱਡਾਂਗੇ। ਸਭ ਲੋਕ ਖਾਮੋਸ਼ ਸਨ। ਸ਼ਾਮ ਨੂੰ ਸਰਦਾਰ ਦੀ ਲੋਥ ਸ਼ਹਿਰੋਂ ਵਾਪਸ ਆਈ। ਉਸ ਦਾ ਸੰਸਕਾਰ ਕੀਤਾ ਗਿਆ। ਕਈ ਦਿਨ ਥਾਣੇਦਾਰ ਸਾਹਿਬ ਹੋਰਾਂ ਮੁਰਗੀਆਂ ਤੇ ਆਂਡੇ ਸਵਾਦ ਲਾ ਕੇ ਖਾਧੇ। ਘੇਰੂ ਤੇ ਕੰਵਰ ਉਸ ਦਿਨ ਤੋਂ ਹਵਾਲਾਤ ਵਿੱਚ ਬੰਦ ਕਰ ਦਿੱਤੇ ਸਨ। ਅੱਤ ਭੈੜਾਂ ਦਾ ਤੂਫਾਨੀ ਸੰਗ੍ਰਹਿ ਕਿਸੇ ਅਮਰ ਤਬਦੀਲੀ ਨੂੰ ਜਨਮ ਦਿੰਦਾ ਹੈ ਤੇ ਤਬਦੀਲੀ ਨੂੰ ਉਲਟ-ਪੁਲਟ ਕਰੋ, ਨਤੀਜਾ ਇੱਕੋ ਹੋਵੇਗਾ। ਹਰ ਗੱਲ ਕਿਸੇ ਗਰਜ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਇਹ ਅਸੀਂ ਉਸ ਵੇਲੇ ਦਾ ਜ਼ਿਕਰ ਕਰ ਰਹੇ ਹਾਂ ਜਦੋਂ ਕੰਵਰ ਨੂੰ ਕਚਹਿਰੀ ਵਿੱਚ ਡਿਪਟੀ ਦੇ ਪੇਸ਼ ਕਰਨਾ ਸੀ। ਮਜ਼ਹਬ ਦੀਆਂ ਨਜ਼ਰਾਂ ਪਾੜ ਖਾਣੀਆਂ ਸਨ। ਉਹ ਕਿਸੇ ਹਾਲਤ ਵਿੱਚ ਵੀ ਆਪਣੇ ਸੇਵਕ ਨੂੰ ਮੁਆਫ਼ ਨਹੀਂ ਸੀ ਕਰਨਾ
ਚਾਹੁੰਦੀਆਂ। ਕਚਹਿਰੀਆਂ, ਜੇਲ੍ਹਾਂ, ਮੰਦਰਾਂ ਤੇ ਗੁਰਦੁਆਰਿਆਂ ਵਿੱਚ ਬੜੀਆਂ ਰੌਣਕਾਂ ਰਹਿੰਦੀਆਂ ਸਨ। ਕਚਹਿਰੀਆਂ ਵਿੱਚ ਵਕੀਲਾਂ ਨਾਲੋਂ ਝੂਠ ਤੇ ਮੁਫ਼ਤਖੋਰ ਗਵਾਹ ਬਹੁਤੇ ਰਹਿੰਦੇ ਸਨ, ਜਿਨ੍ਹਾਂ ਨੂੰ ਲੋੜ ਪੈਣ ਵੇਲੇ ਮੁਕੱਦਮਿਆਂ ਵਾਲੇ ਪੈਸੇ ਦੇ ਕੇ ਖਰੀਦ ਲੈਂਦੇ ਹਨ ਅਤੇ ਉਹ ਅੰਦਰ ਜਾ ਕੇ ਧਰਮ ਈਮਾਨ ਚੁੱਕਦੇ ਹੋਏ ਕਿਸੇ ਨਿਰਦੋਸ਼ ਨੂੰ ਜੇਲ੍ਹ ਤੱਕ ਪਹੁੰਚਾ ਆਉਂਦੇ। ਸ਼ਾਮ ਨੂੰ ਭੱਠੀਆਂ ਰਾਹੀਂ ਨਿਕਲਦੀ ਸ਼ਰਾਬ ਉਹਨਾਂ ਦੇ ਧਰਮ ਈਮਾਨ ਦੀ ਕਮਾਈ ਦੇ ਖਰਚ ਦਾ ਚੰਗਾ ਰਾਹ ਸੀ। ਬੇਤਹਾਸ਼ਾ ਨੰਗੀਆਂ ਗਾਲਾਂ ਭਰੇ ਬਾਜ਼ਾਰ ਵਿੱਚ ਦੀ ਦਿੰਦੇ ਜਾਣਾ ਇਹ ਉਹਨਾਂ ਦਾ ਨਿੱਤ ਦਾ ਸ਼ੁਗਲ ਸੀ। ਹੋਰ ਹਨੇਰਾ ਵੱਧ ਜਾਣ 'ਤੇ ਕਿਸੇ ਵੈਸ਼ਵਾ ਦੇ ਬੂਹੇ ਅੱਗੇ ਲੇਲੜੀਆਂ ਕੱਢਦੇ ਫਿਰਦੇ ਸਨ। ਸਕੂਲਾਂ ਕਾਲਜਾਂ ਦੀ ਪੜ੍ਹਾਈ ਸਦੀਆਂ ਦੀ ਜੰਮੀ ਜਹਾਲਤ ਨੂੰ ਉਧੇੜ ਵਿੱਚ ਅਸਮਰਥ ਸੀ। ਰਿਸ਼ਵਤ ਇੱਕ ਮਾਮੂਲੀ ਸਿਪਾਹੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਫਸਰ ਤੱਕ ਆਮ ਤੇ ਸਿੱਧੀ ਬਿਨਾਂ ਵਿਚੋਲੇ ਦੇ ਲਈ ਜਾਂਦੀ ਸੀ। ਕਈ ਅਫਸਰਾਂ ਨੇ ਦਲਾਲ ਵੀ ਰੱਖੇ ਹੁੰਦੇ ਸਨ, ਜਿਹੜੇ ਕਿਸੇ ਗਰੀਬ ਫਰਿਆਦੀ ਨਾਲ ਰੁਪਇਆਂ ਦੀ ਘੱਟ ਵੱਧ ਨਿਬੇੜਦੇ ਸਨ। ਜੇ ਕਿਸੇ ਨਵਾਕਫ ਪੇਂਡੂ ਦੀ ਕਿਸੇ ਅਫਸਰ ਤੱਕ ਰਸਾਈ ਨਾ ਹੋਵੇ ਤਾਂ ਅਜਿਹੇ ਲਫੰਗੇ ਕਚਹਿਰੀਆਂ ਤੇ ਬਾਜ਼ਾਰਾਂ ਵਿੱਚ ਆਮ ਮਿਲ ਸਕਦੇ ਸਨ, ਜਿਨ੍ਹਾਂ ਨਾਲ ਗੱਲ ਗਿਣ ਮਿੱਥ ਕੇ ਕੰਮ ਕੱਢਿਆ ਜਾ ਸਕਦਾ ਸੀ। ਇਕੱਲਾ ਪੁਲਿਸ ਦਾ ਮਹਿਕਮਾ ਹੀ ਇਸ ਵਿੱਚ ਬਦਨਾਮ ਨਹੀਂ ਸੀ, ਬਲਕਿ ਸਾਰੇ ਮਹਿਕਮਿਆਂ ਵਿੱਚ ਹੀ ਵੱਡੀ ਲਈ ਰਾਹ ਮੁਕੱਲੇ ਸਨ। ਗੱਲ ਕੀ, ਹਰ ਹਮਦਰਦੀ ਦੇ ਪੱਲੇ ਵਿੱਚ ਇੱਕ ਧੋਖਾ ਲੁਕਿਆ ਹੋਇਆ ਸੀ। ਸੂਹੇ ਸਹਿਆਂ ਵਾਂਗ ਛਹਿ ਛਹਿ ਕੇ ਕੰਨ ਚੁੱਕ ਚੁੱਕ ਕੇ ਗੱਲਾਂ ਸੁਣਦੇ ਤੇ ਦੋ ਚਾਰ ਹੋਰ ਨਾਲ ਗੰਢ ਕੇ ਮਾਣ ਪਾਉਂਦੇ ਸਨ, ਜਿਨ੍ਹਾਂ ਵਿੱਚ ਝੂਠ ਸੱਚ ਮਿਲਾ ਦੇਣਾ ਉਹਨਾਂ ਦੀ ਹੁਸ਼ਿਆਰੀ ਸਮਝੀ ਜਾਂਦੀ ਸੀ। ਸੱਚ ਦਾ ਸੌਦਾ ਸਾਰੇ ਦੇਸ਼ ਦੀ ਕਿਸੇ ਦੁਕਾਨ ਤੋਂ ਵੀ ਮਿਲਣਾ ਅਸੰਭਵ ਹੀ ਸੀ। ਜਿੱਥੇ ਸਾਰੇ ਦੇਸ਼ ਦਾ ਇਹ ਹਾਲ ਹੋਵੇ, ਉੱਥੇ ਕੰਵਰ ਜਿਹੇ ਸੁਧਾਰਕ ਦਾ ਕੀ ਵਟਕ ਸੀ। ਲੋੜ ਤਾਂ ਸਾਰੇ ਦੇਸ਼ ਦੀ ਜ਼ਹਿਨੀਅਤ ਦੀ ਬਦਲਣ ਦੀ ਸੀ। ਇੱਕ ਆਦਮੀ ਜੇ ਆਪਣੀ ਜਾਇਦਾਦ ਭੁੱਖੇ ਗਰੀਬਾਂ ਵਿੱਚ ਵੰਡ ਦੇਵੇ ਤਾਂ ਸਾਰੇ ਭਾਰਤ ਦੀ ਭੁੱਖ ਤੇ ਕੰਗਾਲੀ ਦੂਰ ਨਹੀਂ ਹੋ ਸਕਦੀ ਅਤੇ ਇਸ ਤਰ੍ਹਾਂ ਕਿਸੇ ਇੱਕ ਦੀ ਸੇਵਾ ਜਾਂ ਕੁਰਬਾਨੀ ਸਾਰੇ ਵਿਗੜੇ ਸਮਾਜ ਦਾ ਸੁਧਾਰ ਵੀ ਨਹੀਂ ਕਰ ਸਕਦੀ। ਭੁੱਖ ਤੇ ਦੇਸ਼ ਦੀਆਂ ਘਰੋਗੀ ਲੜਾਈਆਂ ਦਾ ਦੂਰ ਕਰਨਾ ਕੇਵਲ ਵੇਲੇ ਦੇ ਰਾਜੇ ਦਾ ਹੀ ਧਰਮ ਹੁੰਦਾ ਹੈ। ਜੇ ਉਹ ਚਾਹੇ ਤਾਂ ਸਭ ਕੁਝ ਸੁਖੈਨ ਹੀ ਠੀਕ ਹੋ ਸਕਦਾ ਹੈ। ਇੰਨਾ ਹੀ ਕਾਫੀ ਹੈ ਕਿ ਸਾਰਾ ਦੇਸ਼ ਐਬਾਂ ਨਾਲ ਕਿਨਾਰਿਆਂ ਤੱਕ ਭਰਿਆ ਹੋਇਆ ਹੈ। ਅੱਜ ਕੰਵਰ ਤੇ ਘੇਰੂ ਦੀ ਪੇਸ਼ੀ ਸੀ। ਕੰਵਰ ਸ਼ਹਿਰੀ ਤਬਕੇ ਵਿੱਚ ਨਾਸਤਕ ਤੇ ਕਾਫਰ ਸਮਝਿਆ ਜਾਂਦਾ ਸੀ, ਕਿਉਂਕਿ ਉਹ ਕਈ ਵੇਰ ਐਸੀਆਂ ਖਰੀਆਂ ਸੁਣਾਉਂਦਾ ਸੀ ਕਿ ਮਜ਼ਹਬ ਦੇ ਠੇਕੇਦਾਰ ਉਸਦੇ ਹੱਥੋਂ ਕੁਝ ਔਖੇ ਹੀ ਰਹਿੰਦੇ ਸਨ। ਜਦ ਕੰਵਰ ਦੀ ਵਾਰੀ ਆਈ ਤਾਂ ਅੱਧਿਓਂ ਬਹੁਤੀ ਦੁਨੀਆ ਨੇ ਉਸ ਵੱਲ ਉਂਗਲਾਂ ਚੁੱਕੀਆਂ। ਨੀਅਤ ਤਰੀਕੇ ਤੇ ਸਾਰੇ ਆਏ ਹੋਏ ਸਨ। ਥਾਣੇਦਾਰ ਨੇ ਕੰਵਰ ਦੇ ਹੱਕ ਵਾਲਾ ਕੋਈ ਬੰਦਾ ਹੀ ਨਹੀਂ ਸੀ ਰੱਖਿਆ ਅਤੇ ਆਪਣੀ ਲਿਖਤ ਵਿੱਚ ਕੰਵਰ ਨੂੰ ਹੀ ਅਸਲ ਖੂਨੀ ਸਾਬਤ ਕਰਨ ਤੇ ਸਾਰਾ ਜ਼ੋਰ ਲਾਇਆ ਹੋਇਆ ਸੀ। ਕੰਵਰ ਨੂੰ ਆਪਣੀ ਸੱਚਾਈ ਤੇ ਵਿਸ਼ਵਾਸ ਸੀ। ਉਹ ਕੁੜ ਦੀ ਦੁਕਾਨ ਤੋਂ ਸੱਚ ਦਾ ਮੁੱਲ ਪਵਾਉਣਾ ਚਾਹੁੰਦਾ ਸੀ। ਉਸ ਇੱਕ ਪਲ ਨਾ ਹੀ ਸੋਚਿਆ ਕਿ ਚੋਰਾਂ ਵਿੱਚ ਧੋਖਾ ਹੀ ਕਾਮਯਾਬ ਹੁੰਦਾ ਹੈ। ਦਰਸ਼ਕਾਂ ਡਿੱਠਾ ਜੋ ਕੰਵਰ ਦਾ ਚਿਹਰਾ ਸਹਿਮਹੀਣ ਅਡੋਲ ਮਨ ਵਿੱਚ ਇਹ ਦੁੱਖ ਮਹਿਸੂਸ ਕਰ ਰਿਹਾ ਸੀ ਕਿ ਉਹ ਸਰਦਾਰ ਦੀ ਮੌਤ ਬਾਰੇ ਰੋਂਦੀ ਦਲੀਪ ਨੂੰ ਧੀਰਜ ਨਹੀਂ ਦੇ ਸਕਿਆ। ਅਫਸੋਸ ਕਰਨ ਲਈ ਵੀ ਉਸਨੂੰ ਇੱਕ ਮਿੰਟ ਦੀ ਵਿਹਲ ਨਹੀਂ ਸੀ ਮਿਲੀ। ਕੰਵਰ ਤੋਂ ਸਹੁੰ ਲਈ ਗਈ ਕਿ ਉਹ ਇਨਸਾਫ ਘਰ ਵਿੱਚ ਸੱਚ ਸੱਚ ਕਹੇਗਾ। ਡਿਪਟੀ ਨੇ ਕਲਮ ਬੁੱਲ੍ਹਾਂ ਤੇ ਰੱਖਦਿਆਂ ਕਿਹਾ, ਕੰਵਰ, ਤੇਰੀ ਸਰਦਾਰ ਨਾਲ ਕੀ ਦੁਸ਼ਮਣੀ ਸੀ? ਦੁਸ਼ਮਣੀ ਤੇ ਫਿਰ ਮੇਰੀ ਅਸਲੋਂ ਅਸੰਭਵ। ਕੰਵਰ ਦੇ ਸ਼ਬਦਾਂ ਵਿੱਚ ਨਿਧੜਕ ਹੈਰਾਨੀ ਬੋਲ ਰਹੀ ਸੀ। ਫਿਰ ਵਾਰਸਾਂ ਤੈਨੂੰ ਕਾਤਲ ਕਿਉਂ ਲਿਖਵਾਇਆ? ਇਹ ਕੇਵਲ ਸਰਵਣ ਦੀ ਮਿਹਰਬਾਨੀ ਹੈ। ਹਰ ਕੋਈ ਆਦਮੀ ਉਹਨਾਂ ਦੇ ਘਰ ਵਿੱਚ ਇਹ ਗੱਲ ਕਹਿ ਦੇਵੇ, ਮੈਂ ਇਕਬਾਲ ਕਰ ਲਵਾਂਗਾ। ਅੱਛਾ, ਆਪਣੇ ਬਿਆਨ ਦੇਵੋ। ਵੇਖਣਾ ਕੋਈ ਗੱਲ ਲੁਕਾਉਣ ਦਾ ਯਤਨ ਨਾ ਕਰਨਾ। ਸਰਦਾਰ ਮੇਰੇ ਮਿੱਤਰ ਪਿਤਾ ਸਨ। ਕਿਸੇ ਹੱਦ ਤੱਕ ਹਮਖਿਆਲ ਹੋਣ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਕਰ ਦਿੱਤਾ ਸੀ। ਉਹਨਾਂ ਇਸ ਸੰਬੰਧ ਨੂੰ ਲਮੇਰੇ ਕਰਨ ਲਈ ਜਾਂ ਮੈਨੂੰ ਸਦਾ ਲਈ ਆਪਣਾ ਬਣਾਉਣ ਲਈ ਆਪਣੀ ਲੜਕੀ ਦਲੀਪ ਦਾ ਰਿਸ਼ਤਾ ਵੀ ਮੈਨੂੰ ਕਰ ਦਿੱਤਾ ਸੀ। ਮੁੜ ਵਿਆਹ ਵੀ ਰੱਖ ਦਿੱਤਾ। ਵਿੱਚੇ ਹੀ ਇਹ ਹਾਦਸਾ ਹੋ ਗਿਆ। ਜਿਸ ਦਿਨ ਅਥਵਾ ਉਸ ਸ਼ਾਮ ਜਦੋਂ ਇਹ ਭੈੜੀ ਘਟਨਾ ਵਾਪਰੀ, ਮੈਂ ਨਵੇਂ ਪਿੰਡ ਗਿਆ ਹੋਇਆ ਸੀ ਅਤੇ ਉੱਥੇ ਹੀ ਮੈਨੂੰ ਗ੍ਰਿਫਤਾਰ ਕੀਤਾ ਗਿਆ। ਮੈਂ ਚੰਗੀ ਤਰ੍ਹਾਂ ਚਾਨਣ ਪਾ ਦੇਣਾ ਚਾਹੁੰਦਾ ਹਾਂ। ਸਰਦਾਰ ਦੀ ਰੂਹ ਬੜੀ ਪਵਿੱਤਰ ਤੇ ਦੇਵਤਿਆਂ ਵਾਂਗ ਉੱਚੀ ਸੀ। ਠੀਕ ਉਹ ਦੇਵਤਾ ਹੀ ਸਨ। ਮੈਂ ਦੱਸਾਂ ਕਿ ਇਹ ਘਟਨਾ ਕਿਵੇਂ ਹੋਈ।
ਸਰਵਣ ਆਪਣੀ ਭੈਣ ਦੇ ਰਿਸ਼ਤੇ ਵਿੱਚ ਨਾਰਾਜ਼ ਸੀ ਅਤੇ ਉਹ ਸਾਰਾ ਤਾਣ ਲਾਇਆ ਸੀ ਜੋ ਇਹ ਸਾਕ ਨਾ ਹੋਵੇ। ਪਰ ਸਰਦਾਰ ਨੇ ਸਰਵਣ ਦੀ ਇੱਕ ਨਾ ਸੁਣੀ। ਦੂਜੇ ਸਾਰਿਆਂ ਨਾਲੋਂ ਵੱਡੀ ਗੱਲ ਸਰਵਣ ਦੇ ਗੁੱਸੇ ਹੋਣ ਦੀ ਇਹ ਸੀ ਕਿ ਮੇਰੀ ਘੇਰੂ ਹੋਰਾਂ ਨਾਲ ਵੀ ਦੋਸਤੀ ਸੀ। ਇਸ ਦਾ ਘੇਰੂ ਹੋਰਾਂ ਨਾਲ ਭਾਰਾ ਸ਼ਰੀਕਾ ਸੀ। ਮੇਰੇ ਲਈ ਸਾਰਾ ਪਿੰਡ ਇੱਕੋ ਗੱਲ ਸੀ, ਪਰ ਇਹ ਮੇਰੇ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ ਅਤੇ ਇਸ ਨੂੰ ਕਿਸੇ ਤਰ੍ਹਾਂ ਇਹ ਪੱਕਾ ਸ਼ੱਕ ਹੋ ਗਿਆ ਜੋ ਮੈਂ ਘੇਰੂ ਹੋਰਾਂ ਦਾ ਪੱਖ ਪੂਰਦਾ ਹਾਂ, ਜੋ ਬਿਲਕੁਲ ਨਿਰਮੋਲ ਸੀ। ਇਹ ਵਾਕਿਆ ਮੇਰੇ ਨਾਲ ਹੋਣਾ ਸੀ। ਹਨੇਰੇ ਵਿੱਚ ਮੇਰੇ ਭੁਲੇਖੇ ਸਰਵਣ ਨੇ ਗੋਲੀ ਚਲਾ ਦਿੱਤੀ ਅਤੇ ਮਾੜੀ ਕਿਸਮਤ ਨੂੰ ਅੱਗੋਂ ਸਰਦਾਰ ਹੋਰਾਂ ਨੂੰ ਹੀ ਵੱਜੀ, ਜਿਸ ਨਾਲ ਉਹ ਸਦਾ ਲਈ ਸੌ ਗਏ। ਮੇਰੇ ਵੀ ਉਸ ਦਿਨ ਸਰਦਾਰ ਵਾਂਗ ਚਿੱਟੇ ਕੱਪੜੇ ਸਨ। ਸ਼ਰਾਬ ਨਾਲ ਅੰਨਾ ਹੋਇਆ ਸਰਵਣ ਕੁਝ ਨਾ ਸੋਚ ਸਕਿਆ। ਇਸ ਤੋਂ ਬਹੁਤਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਕੰਵਰ ਬਿਆਨ ਦੇ ਕੇ ਜੰਗਲੇ 'ਚੋਂ ਬਾਹਰ ਨਿਕਲ ਆਇਆ। ਡਿਪਟੀ ਕੰਵਰ ਦੇ ਬਿਆਨਾਂ ਨਾਲ ਕੁਝ ਹੈਰਾਨ ਹੋ ਗਿਆ। ਫਿਰ ਸਰਕਾਰੀ ਵਕੀਲ ਬੋਲਿਆ, ਕੰਵਰ ਦੇ ਬਿਆਨ ਅਤ ਸਿਆਣੇ ਹਨ, ਪਰ ਸ਼ੱਕ ਤੋਂ ਖਾਲੀ ਨਹੀਂ। ਹਨੇਰਾ ਕੋਈ ਖਾਸ ਬਹੁਤਾ ਨਹੀਂ ਸੀ ਜਦੋਂ ਸਰਦਾਰ ਦੀ ਮੌਤ ਹੋਈ। ਕੋਈ ਪੁੱਤਰ ਆਪਣੇ ਸਿਆਣੇ ਤੇ ਪਿਆਰੇ ਪਿਤਾ ਨੂੰ ਕਤਲ ਨਹੀਂ ਕਰਦਾ। ਕੰਵਰ ਤੇ ਆਪਣੇ ਬਿਆਨ ਹਨ ਜੋ ਸਰਵਣ ਸ਼ਰਾਬ ਵਿੱਚ ਅੰਨਾ ਹੋਇਆ ਕੁਝ ਨਾ ਸੋਚ ਸਕਿਆ। ਕੰਵਰ ਤੇ ਨਵੇਂ ਪਿੰਡ ਸੀ। ਇਸ ਨੂੰ ਕਿਵੇਂ ਪਤਾ ਲੱਗਾ ਜੋ ਸਰਵਣ ਸ਼ਰਾਬੀ ਸੀ? ਮਾਲੂਮ ਹੁੰਦਾ ਹੈ ਕੰਵਰ ਨੇ ਕੇਸ ਨੂੰ ਉਲਟ-ਪੁਲਟ ਕਰਨ ਦਾ ਢੰਗ ਜਾਂ ਚੰਗਾ ਸੋਚਿਆ, ਪਰ ਬਿਆਨ ਅਧੂਰੇ ਰਹਿ ਗਏ। ਸਰਕਾਰੀ ਵਕੀਲ ਕੰਵਰ ਨੂੰ ਦੇਖ ਮੁਸਕਰਾ ਪਿਆ ਤੇ ਫਿਰ ਬੋਲਿਆ, ਕੇਵਲ ਬਹਾਨੇ ਨਾਲ ਕੰਵਰ ਖੂਨ ਸਰਵਣ ਸਿਰ ਥੱਪਣਾ ਚਾਹੁੰਦਾ ਹੈ, ਆਪਣੇ ਆਪ ਨੂੰ ਲੁਕਾਉਂਦਾ ਹੈ। ਇਹ ਆਖ ਸਰਕਾਰੀ ਵਕੀਲ ਬਹਿ ਗਿਆ ਅਤੇ ਫਿਰ ਘੇਰੂ ਨੂੰ ਪੇਸ਼ ਕੀਤਾ ਗਿਆ। ਉਸ ਤੋਂ ਵੀ ਬਿਆਨ ਪੁੱਛੇ ਗਏ। ਉਸ ਧੀਰਜ ਨਾਲ ਕਹਿਣਾ ਸ਼ੁਰੂ ਕੀਤਾ, ਮੇਰੇ ਤੇ ਸਰਵਣ ਦੀ ਆਪਸ ਵਿੱਚ ਚਰੋਕੀ ਲੱਗਦੀ ਹੈ। ਕਈ ਵਾਰ ਉੱਧਰੋਂ ਇੱਧਰੀ ਸੱਟਾਂ ਵੱਜ ਚੁੱਕੀਆਂ ਹਨ। ਪਤਾ ਨਹੀਂ ਸਰਦਾਰ ਦਾ ਖੂਨ ਕਿਸ ਕੀਤਾ। ਸਰਦਾਰ ਦੀ ਕਿਸੇ ਨਾਲ ਵੀ ਨਹੀਂ ਸੀ ਲੱਗਦੀ। ਜੇਕਰ ਮੈਂ ਕਿਸੇ ਨੂੰ ਮਾਰਨਾ ਹੀ ਹੁੰਦਾ, ਮੈਂ ਸਰਦਾਰ ਨੂੰ ਕਿਉਂ ਮਾਰਦਾ? ਕਿਉਂ ਨਾ ਸਰਵਣ ਨੂੰ ਮਾਰ ਕੇ ਜੂੜ ਵੱਢਦਾ ਅਤੇ ਰੱਜ ਕੇ ਬਦਲਾ ਵੀ ਲੈਂਦਾ। ਮੈਂ ਸਹੁੰ ਖਾ ਕੇ ਆਖਦਾ ਹਾਂ ਕਿ ਸਰਦਾਰ ਭਾਵ ਨਾਲ ਹੀ ਮੈਨੂੰ ਫਿੱਟੇ ਮੂੰਹ ਵੀ ਕਦੇ ਨਹੀਂ ਸੀ ਆਖੀ। ਮੈਂ ਕੇਵਲ ਦੁਸ਼ਮਣੀ ਭਾਵ ਨਾਲ ਹੀ ਲਿਖਾਇਆ ਗਿਆ ਹਾਂ। ਵਾਸਤਵ ਵਿੱਚ ਜੋ ਗੱਲ ਕੰਵਰ ਨੇ ਕਹੀ ਉਹੀ 16 ਆਨੇ ਸੱਚੀ ਹੈ। ਕੰਵਰ ਨੇ ਇਹਨਾਂ ਦੀ ਪਾਣਪੱਤ ਲੈਂਦੀ ਬਚਾਈ ਸੀ। ਜਦੋਂ ਮੇਰੇ ਭਰਾ ਮੇਰੂ ਨੇ ਇਹਨਾਂ ਦੀ ਭੈਣ 'ਤੇ ਗੋਲੀ ਚਲਾ ਕੇ ਉਸਨੂੰ ਚੁੱਕਣਾ ਚਾਹਿਆ ਸੀ, ਉਦੋਂ ਬਾਗ ਵਿੱਚ ਕੰਵਰ ਨੇ ਇਹਨਾਂ ਖਾਤਰ ਸੱਟਾਂ ਖਾਧੀਆਂ ਅਤੇ 1 ਮਹੀਨਾ ਮੰਜੇ 'ਤੇ ਪਿਆ ਰਿਹਾ। ਉਸ ਦੇ ਅਹਿਸਾਨ ਦਾ ਬਦਲਾ ਸਰਵਣ ਹੋਰਾਂ ਇਹ ਦਿੱਤਾ ਜੋ ਖੂਨ ਉਸ ਦੇ ਸਿਰ ਥੱਪ ਧਰਿਆ। ਡਿਪਟੀ ਵਿੱਚੋਂ ਹੀ ਬੋਲਿਆ, ਤੂੰ ਆਪਣੀ ਬਾਬਤ ਬਿਆਨ ਦੇ। ਕੰਵਰ ਤੇ ਤੇਰੇ ਪਾਸੋਂ ਸਫਾਈ ਨਹੀਂ ਪੁੱਛੀ ਜਾ ਰਹੀ। ਬਸ ਸਰਕਾਰ, ਮੈਨੂੰ ਤੇ ਉੱਕਾ ਪਤਾ ਨਹੀਂ ਇਹ ਕਿਸ ਤਰ੍ਹਾਂ ਖੂਨ ਹੋਇਆ। ਗੋਲੀ ਜ਼ਰੂਰ ਸੁਣੀ, ਪਰ ਅਸੀਂ ਤਾਂ ਆਪ ਹੀ ਦੁਸ਼ਮਣੀ ਕਰਕੇ ਬਾਹਰ ਨਹੀਂ ਨਿਕਲੇ। ਅੱਧੀ ਕੁ ਰਾਤੀ ਸਾਨੂੰ ਪੁਲਿਸ ਨੇ ਆ ਫੜਿਆ। ਘੇਰੂ ਇੰਨੀ ਗੱਲ ਆਖ ਕੇ ਚੁੱਪ ਹੋ ਗਿਆ। ਸਰਕਾਰੀ ਵਕੀਲ ਨੇ ਫਿਰ ਨੁਕਤਾਚੀਨੀ ਕੀਤੀ ਅਤੇ ਸਾਬਤ ਕੀਤਾ ਕਿ ਇਹਨਾਂ ਦੋਹਾਂ ਦੀ ਸਲਾਹ ਪੱਕੀ ਕੀਤੀ ਹੋਈ ਹੈ ਕਿ ਖੂਨ ਸਰਵਣ ਸਿਰ ਪਾਇਆ ਜਾਵੇ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਪੁੱਤਰ ਆਪਣੇ ਪਿਤਾ ਨੂੰ ਮਾਰੇ? ਫਿਰ ਗਵਾਹਾਂ ਦੀ ਵਾਰੀ ਆਈ। ਅਮਲੀ ਤੇ ਬੁੜ ਦੋਹਾਂ ਨੇ ਬੇਡਰ ਹੋ ਕੇ ਕਿਹਾ ਕਿ ਗੋਲੀ ਕੰਵਰ ਨੇ ਮਾਰੀ ਤੇ ਘੇਰੂ ਕੋਲ ਖਲੋਤਾ ਸੀ ਅਤੇ ਉਹਨਾਂ ਆਪਣੀ ਅੱਖੀਂ ਵੇਖਿਆ ਸੀ। ਕੰਵਰ ਹੋਰਾਂ ਦੇ ਵਕੀਲ ਨੇ ਦੋਹਾਂ ਗਵਾਹਾਂ 'ਤੇ ਜਿਰਹਾ ਕੀਤੀ ਅਤੇ ਸਵਾਲ ਪੁੱਛਿਆ, ਬੁੜ, ਸਰਦਾਰ ਨੇ ਦਲੀਪ ਕੌਰ ਦਾ ਸਾਕ ਕੰਵਰ ਨੂੰ ਕਦੋਂ ਤੇ ਕਿਉਂ ਕੀਤਾ ਸੀ? ਜੀ, ਪਹਿਲੋਂ ਕੰਵਰ ਤੇ ਸਰਦਾਰ ਦੀ ਬੜੀ ਬਣੀ ਹੋਈ ਸੀ। ਦੋਵੇਂ ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਸਨ। ਇਸੇ ਕਰਕੇ 1.5 ਮਹੀਨਾ ਹੋਇਆ ਸਰਦਾਰ ਨੇ ਦਲੀਪ ਦੀ ਮੰਗਣੀ ਕਰ ਦਿੱਤੀ ਸੀ ਅਤੇ ਹੁਣ ਵਿਆਹ ਵੀ ਧਰਿਆ ਹੋਇਆ ਸੀ। ਬੁੜ ਨੇ ਉੱਤਰ ਦਿੱਤਾ, ਕਦੇ ਤੂੰ ਇਹਨਾਂ ਦੋਹਾਂ ਨੂੰ ਲੜਦਿਆਂ ਬੋਲਦਿਆਂ ਵੇਖਿਆ? ਮੈਂ ਐਵੇਂ ਕਿਵੇਂ ਕਹਿ ਸਕਦਾ ਹਾਂ ਕਿ ਇਹ ਲੜੇ ਬੋਲੇ ਹਨ? ਵਕੀਲ ਨੇ ਅਮਲੀ ਤੋਂ ਪੁੱਛਿਆ, ਭਲਾ ਅਮਲੀਆ, ਤੂੰ ਦੱਸ, ਜੋ ਕੰਵਰ ਤੇ ਦਲੀਪ ਦੇ ਰਿਸ਼ਤੇ ਵਿੱਚ ਸਰਵਣ ਨੇ ਕਾਹਤੋਂ ਵੱਟ ਕੀਤਾ? ਇਹ ਤਾਂ ਸਰਵਣ ਤੋਂ ਪੁੱਛੋ। ਅਮਲੀ ਨੇ ਕਰਾਰਾ ਉੱਤਰ ਦਿੱਤਾ। ਸਰਵਣ ਨੇ ਕੰਵਰ ਪਿੰਡ ਵਿੱਚ ਕਿਵੇਂ ਰਹਿੰਦੇ ਸਨ? ਬੜੇ ਸੋਹਣੇ ਰਹਿੰਦੇ ਸਨ। ਕੰਵਰ ਬਹੁਤੀਆਂ ਅਖਬਾਰਾਂ ਪੜ੍ਹਦਾ ਹੁੰਦਾ ਸੀ ਅਤੇ ਸਰਵਣ ਬਹੁਤੀ ਸ਼ਰਾਬ ਪੀਂਦਾ ਸੀ। ਸਾਰੇ ਹੀ ਹੱਸ ਪਏ। ਵਕੀਲ ਨੇ ਫਿਰ ਪੁੱਛਿਆ, ਜਦੋਂ ਕੰਵਰ ਨੇ ਸਰਦਾਰ ਨੂੰ ਗੋਲੀ ਮਾਰੀ ਤੂੰ ਕਿੱਥੇ ਸੀ? ਮੈਂ ਟੱਟੀ ਜਾ ਰਿਹਾ ਸੀ। ਕੀ ਕੰਵਰ ਦੀ ਸਰਦਾਰ ਨਾਲ ਕੋਈ ਜਿੱਦ ਸੀ?
ਪਹਿਲੋਂ ਤੋਂ ਇਹ ਦੋਵੇਂ ਸਿਆਣੇ ਮਿੱਤਰ ਪਿੰਡ ਵਿੱਚ ਮੰਨੇ ਜਾਂਦੇ ਸਨ, ਪਰ ਕਿਸੇ ਦੇ ਚਿੱਤ ਦੀ ਬੇਈਮਾਨੀ ਨੂੰ ਕੀ ਬੁੱਝਿਆ ਜਾਵੇ। ਕੰਵਰ ਹੋਰਾਂ ਦੇ ਵਕੀਲ ਨੇ ਡਿਪਟੀ ਵੱਲ ਮੂੰਹ ਕਰਦਿਆਂ ਕਿਹਾ, ਇਹ ਦੋਵੇਂ ਗਵਾਹ ਮੌਕੇ ਦੇ ਨਹੀਂ ਜਾਪਦੇ। ਘੇਰੂ ਦੁਸ਼ਮਣੀ ਭਾਵ ਸਦਕਾ ਰੱਖਿਆ ਗਿਆ ਹੈ ਅਤੇ ਕੰਵਰ ਨੂੰ ਸਰਵਣ ਨੇ ਆਪਣੀ ਜਿੱਦ ਕੱਢਣ ਲਈ ਲਿਖਾਇਆ ਹੈ। ਕੰਵਰ ਤੇ ਸਰਦਾਰ ਦੀ ਮਿੱਤਰਤਾ ਸਾਰਿਆਂ ਦੇ ਬਿਆਨਾਂ ਤੋਂ ਸਿੱਧ ਹੁੰਦੀ ਹੈ। ਇਹੀ ਮਿੱਤਰਤਾ ਫਿਰ ਰਿਸ਼ਤੇਦਾਰੀ ਵਿੱਚ ਵੱਟਦੀ ਹੈ। ਫਿਰ ਹੈਰਾਨੀ ਹੈ ਕਿ ਕੰਵਰ ਕਾਤਲ ਹੋਵੇ। ਦੋਵੇਂ ਘੇਰੂ ਤੇ ਕੰਵਰ ਨਿਰਦੋਸ਼ ਹਨ। ਖੂਨ ਕਰਨ ਵਾਲਾ ਕੋਈ ਹੋਰ ਹੋ ਸਕਦਾ ਹੈ। ਡਿਪਟੀ ਨੇ ਘੇਰੂ, ਕੰਵਰ ਤੇ ਗਵਾਹਾਂ ਦੇ ਬਿਆਨ ਲਿਖ ਲਏ ਅਤੇ ਦੋਸ਼ੀਆਂ ਨੂੰ ਸ਼ਿਸ਼ਨ ਦੇ ਸਪੁਰਦ ਹੋਣ ਲਈ ਆਪਣਾ ਫੈਸਲਾ ਲਿਖਿਆ। ਸਾਰੇ ਲੋਕ ਦੋਸ਼ੀਆਂ ਸਣੇ ਕਚਹਿਰੀਆਂ 'ਚੋਂ ਬਾਹਰ ਆ ਗਏ। ਕੰਵਰ ਤੇ ਘੇਰੂ ਨੂੰ ਸਿਪਾਹੀ ਮੁੜ ਹਵਾਲਾਤ ਵਿੱਚ ਲੈ ਗਏ। ਕਚਹਿਰੀ ਵਿੱਚ ਸ਼ਾਮ ਪੈ ਗਈ। ਇਹ ਸੀ ਅੱਜ ਦਾ ਸਾਡਾ ਭਾਗ 10ਵਾਂ। ਜੇਕਰ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਧੰਨਵਾਦ।